मैं सरकार बारे जे ये कह लवां कि तुसी जिहड़ी हरकत कीती आ ये लैना तुहाडे उत्ते बिल्कुल ठीक ढुकदियां कि नसीब बिगड़ा तो गूंगे बुराई करने लगे, नसीब बिगड़ा तो गूंगे बुराई करने लगे, हमारे कद के बराबर ना आ सके जो लोग हमारे पांव के नीचे खुदाई करने लगे। क्योंकि सरकार पहले दिन तो ये चाहती सी कि ये अंदोलन हिंसक होवे, असी सख्ती करिए ते इस अंदोलन नूं कुचलीए ते लोकां दे विच इन्हां दी जिहड़ी हमदर्दी आ खत्म होवे। सो मोदी साहब अपने चेहरे दे उत्तों बीजेपी दा चश्मा उतार के सारियां नूं इक्को नज़र नाल वेख्या करो, तुसी देश दे प्रधान मंत्री हो ना कि कल्ले बीजेपी दे। जेड़ा बंदा बीजेपी दे नाल नहीं है वो तुहानूं देश विरोधी लगदा, ओनूं तुसी देश विरोधी सर्टिफिकेट जिहड़े वंडदे फिरदे हो। ये लैना मैं तुहाडे लई बोलण लगा जिहड़े बागी हो के किसानां तो उधर गए आ कि अब वही शख्स बगावत पे उतर आया है, मुद्द तो जिसने इस आंदोलन का नमक खाया है। 26 जनवरी ਨੂੰ ਲਾਲ ਕਿਲੇ ਦੀ ਘਟਨਾ ਤੋਂ ਬਾਅਦ ਰਾਜਨੀਤਿਕ ਲੀਡਰਾਂ ਦੇ ਹੁਣ ਤੱਕ ਬਿਆਨ ਆ ਰਹੇ ਨੇ। ਇੱਕ ਪਾਸੇ ਇਸ ਘਟਨਾ ਨੂੰ ਕੁਝ ਲੋਕ ਸਹੀ ਕਹਿ ਰਹੇ ਨੇ ਤੇ ਦੂਜੇ ਪਾਸੇ ਲੋਕਾਂ ਵੱਲੋਂ ਇਸ ਨੂੰ ਸਰਕਾਰ ਦੀ ਇੱਕ ਸੋਚੀ ਸਮਝੀ ਸਾਜ਼ਿਸ਼ ਵੀ ਮੰਨਿਆ ਜਾ ਰਿਹਾ ਹੈ। ਉੱਥੇ ਹੀ ਅੱਜ ਸਮਾਜ ਸੇਵੀ ਮਨਦੀਪ ਮੰਨਾ ਵੀ ਲਾਲ ਕਿਲੇ ਦੀ ਘਟਨਾ ਤੇ ਖੁੱਲ ਕੇ ਬੋਲੇ ਨੇ। ਉਹਨਾਂ ਵੱਲੋਂ ਕੇਂਦਰ ਸਰਕਾਰ ਤੇ ਇਲਜ਼ਾਮ ਲਗਾਏ ਗਏ ਨੇ ਕਿ ਕਿਸਾਨ ਅੰਦੋਲਨ ਨੂੰ ਖਤਮ ਕਰਨ ਲਈ ਸਰਕਾਰ ਵੱਲੋਂ ਅਜਿਹੀ ਚਾਲ ਚੱਲੀ ਗਈ ਹੈ। 2 ਮਹੀਨੇ ਤੋਂ ਉੱਪਰ ਹੋ ਚੁੱਕੇ ਕਿਸਾਨ ਅੰਦੋਲਨ ਨੂੰ ਸਲਾਮ ਆ ਤੇ ਜੋ ਕੁਝ 26 ਜਨਵਰੀ ਨੂੰ ਸਥਿਤੀ ਬਣੀ ਤੇ ਡਾਵਾਡੋਲ ਹੋਏ ਸੰਘਰਸ਼ ਨੂੰ ਦੁਬਾਰਾ ਲੀਹ ਤੇ ਲੈ ਕੇ ਆਉਣ ਵਾਲੇ ਸ਼੍ਰੀ ਰਕੇਸ਼ ਟਕੈਤ ਨੂੰ ਦੋਹਰਾ ਸਲਾਮ। ਤੇ ਟਕੈਤ ਸਾਹਿਬ ਦੀਆਂ ਅੱਖਾਂ ਚੋਂ ਨਿਕਲੇ ਅਥਰੂਆਂ ਨੇ ਇਹ ਸਾਬਤ ਕਰ ਦਿੱਤਾ ਕਿ ਹੰਝੂਆਂ 'ਚ ਕਿੰਨੀ ਤਾਕਤ ਹੈ ਤੇ ਉਹਨੇ ਉਸ ਹੰਝੂ ਨੇ ਸਰਕਾਰ ਦੀ ਕੀ ਹਾਲਤ ਕਰਕੇ ਰੱਖ ਦਿੱਤੀ। ਇਹਦੇ ਬਾਰੇ ਜੇ ਮੈਂ ਇਹ ਕਹਿ ਲਵਾਂ कि आंख कम वक्त से उस बज़म में आंसू ना रुका, एक कतरे ने डुबोया मुझे दरिया होकर। ते हुण जो 26 जनवरी नूं लाल किले दे उत्ते होया ओदी गल करिए, होया क्यों? हर बंदे दा अपना अपना तर्क है इहदे उत्ते कि सरकार जां सरकार दीयां सुरक्षा फोर्सां जिहड़ियां इंनियां कमजोर हो गईयां सी कि लोग सारिਆਂ ਦੇ ਉੱਤੇ ਹੀ ਭਾਰੀ ਪੈ ਗਏ ਤੇ ਜਾਂ ਇਹ ਸਾਰਾ ਕੁਝ ਜਿਹੜਾ ਉਹ ਸਰਕਾਰ ਦੀ ਮਰਜ਼ੀ ਦੇ ਨਾਲ ਹੋਇਆ। ਮੋਦੀ ਗਵਰਨਮੈਂਟ ਗੱਲਾਂ ਤੇ ਕਰਦੀ ਆ ਚੀਨ ਦੀ ਤੇ ਪਾਕਿਸਤਾਨ ਦੀ ਘੁਸਪੈਠ ਰੋਕਣ ਦੀਆਂ ਤੇ ਇੱਥੇ ਆਪਣੇ ਘਰ ਦੇ ਵਿੱਚ ਢੇਰ ਹੋ ਕੇ ਰਹਿ ਗਈ। ਜਾਂ ਇਹ ਸਰਕਾਰ ਦੀ ਮਰਜ਼ੀ ਨਾਲ ਹੋਇਆ, ਗੱਲਾਂ ਤੇ ਦੋ ਹੀ ਨੇ, ਜਾਂ ਸਰਕਾਰ ਹਾਰ ਗਈ ਤੇ ਜਾਂ ਸਰਕਾਰ ਨੇ ਆਪ ਕਰਾਇਆ। ਕਿਉਂਕਿ ਸਰਕਾਰ ਪਹਿਲੇ ਦਿਨ ਤੋਂ ਹੀ ਇਹ ਚਾਹੁੰਦੀ ਸੀ ਕਿ ਇਹ ਅੰਦੋਲਨ हिंसक होवे, असी सख्ती करिए ते इस अंदोलन नूं कुचलीए ते लोकां दे विच इन्हां दी जिहड़ी हमदर्दी आ खत्म होवे। क्योंकि इस अंदोलन नूं जिन्ना विश्व भर दे विच प्यार ते हमदर्दी मिली वो सरकार नूं हजम जिहड़ी वो नहीं सी हो रही ते सरकार दा कद जिहड़ा वो दुनिया भर दे विच जिहड़ा वो बौना नज़र आ रहा सीगा। तां सरकार ने अपने बंदे अंदोलन दे अंदर वाड़ के अखीर ये घटिया चाल चली। मैं सरकार बारे जे ये कह लवां कि तुसी जिहड़ी हरकत कीती आ ये लैना तुहाडे उत्ते बिल्कुल ठीक ढुकदियां कि नसीब बिगड़ा तो गूंगे बुराई करने लगे, नसीब बिगड़ा तो गूंगे बुराई करने लगे, हमारे कद के बराबर ना आ सके जो लोग हमारे पांव के नीचे खुदाई करने लगे। तुसी ये काम कीता जदों सरकार ये सब कुछ करके भी सफल ना हुई ते हताश हो के सरकार ने हिंसा भड़काउण वाले लोकां दे नाल ਉਹਨਾਂ ਲੋਕਾਂ ਦੇ ਉੱਤੇ ਵੀ ਸੰਗੀਨ ਧਾਰਾਵਾਂ ਲਾ ਕੇ ਪਰਚਾ ਦਰਜ ਕਰ ਦਿੱਤਾ ਤੇ ਦੇਸ਼ ਵਿਰੋਧੀ ਸਾਬਤ ਕਰਨ ਦੀ ਕੋਸ਼ਿਸ਼ ਕੀਤੀ। ਜਿਹੜੇ ਪਹਿਲੇ ਦਿਨ ਤੋਂ ਹੀ ਕਿਸਾਨੀ ਝੰਡੇ ਦੇ ਨਾਲ ਦੇਸ਼ ਦਾ ਝੰਡਾ ਜਿਹੜਾ ਤਿਰੰਗਾ ਨਾਲ ਚੁੱਕ ਕੇ ਜਿਹੜੇ ਤੁਰ ਰਹੇ ਸੀਗੇ। ਜਿਹੜੇ ਕਿਸਾਨ, ਇੱਥੇ ਸਵਾਲ ਆ ਮੇਰਾ ਸਰਕਾਰ ਨੂੰ ਕਿ ਜਿਹੜੇ ਕਿਸਾਨ 26 जनवरी ਨੂੰ ਗਣਤੰਤਰ ਦਿਵਸ ਮਨਾ ਰਹੇ ਆ, ਆਪਣੀ ਟਰੈਕਟਰ ਪਰੇਡ ਕਰ ਰਹੇ ਆ, ਜਦੋਂ ਹਿੰਦੁਸਤਾਨ ਦੇ ਵਿੱਚ ਹਜ਼ਾਰਾਂ ਥਾਵਾਂ ਦੇ ਉੱਤੇ ਸੰਵਿਧਾਨ ਦੇ ਸਤਿਕਾਰ ਵਜੋਂ ਇਹ ਦਿਵਸ ਮਨਾਇਆ ਜਾਂਦਾ ਹੈ, ਉਸੇ ਤਰੀਕੇ ਇਹ ਦੇਸ਼ ਦਾ ਜਿਹੜਾ ਗਣਤੰਤਰ ਦਿਵਸ ਮਨਾ ਰਹੇ ਆ, ਝੰਡੇ ਜਿਹੜੇ ਤਿਰੰਗੇ ਚੁੱਕ ਕੇ ਨਾਲ ਤੁਰ ਰਹੇ ਆ ਤੇ ਫਿਰ ਉਹ ਲੋਕ ਦੇਸ਼ ਵਿਰੋਧੀ ਕਿਵੇਂ ਹੋ ਸਕਦੇ ਆ? ਉਹਨਾਂ ਦੀ ਸੰਵਿਧਾਨ ਦੇ ਵਿੱਚ ਤੇ ਪੂਰੀ ਨਿਸ਼ਠਾ ਨਜ਼ਰ ਆਉਂਦੀ ਆ। ਜਿਨ੍ਹਾਂ ਲੋਕਾਂ ਦੇ ਬੱਚਿਆਂ ਦੀਆਂ ਬਜ਼ੁਰਗਾਂ ਦੀਆਂ ਲਾਸ਼ਾਂ ਤਿਰੰਗਿਆਂ ਦੇ ਵਿੱਚ ਲਪੇਟ ਕੇ ਜਿਹੜੀਆਂ ਉਹ ਘਰ ਵਾਪਸ ਆ ਰਹੀਆਂ ਹੁਣ, ਉਹ ਦੇਸ਼ ਵਿਰੋਧੀ ਕਿਵੇਂ ਹੋ ਸਕਦੇ ਆ? ਉਹ ਤਿਰੰਗੇ ਦਾ ਅਪਮਾਨ ਕਿਵੇਂ ਕਰ ਸਕਦੇ ਆ? ਸੋ ਮੋਦੀ ਸਾਹਿਬ
ਆਪਣੇ ਚਿਹਰੇ ਦੇ ਉੱਤੋਂ ਬੀਜੇਪੀ ਦਾ ਚਸ਼ਮਾ ਉਤਾਰ ਕੇ ਸਾਰਿਆਂ ਨੂੰ ਇੱਕੋ ਨਜ਼ਰ ਨਾਲ ਵੇਖਿਆ ਕਰੋ। ਤੁਸੀਂ ਦੇਸ਼ ਦੇ ਪ੍ਰਧਾਨ ਮੰਤਰੀ ਹੋ, ਨਾ ਕਿ ਇਕੱਲੇ ਬੀਜੇਪੀ ਦੇ। ਜਿਹੜਾ ਬੰਦਾ ਬੀਜੇਪੀ ਦੇ ਨਾਲ ਨਹੀਂ ਹੈ ਉਹ ਤੁਹਾਨੂੰ ਦੇਸ਼ ਵਿਰੋਧੀ ਲੱਗਦਾ, ਉਹਨੂੰ ਤੁਸੀਂ ਦੇਸ਼ ਵਿਰੋਧੀ ਸਰਟੀਫਿਕੇਟ ਜਿਹੜੇ ਵੰਡਦੇ ਫਿਰਦੇ ਹੋ। ਬੀਜੇਪੀ ਤੋਂ ਇਲਾਵਾ ਵੀ ਲੋਕਾਂ ਦੇ ਵਿੱਚ ਦੇਸ਼ ਭਗਤੀ ਹੈ, ਦੇਸ਼ ਪ੍ਰੇਮ ਹੈ। ਮੈਨੂੰ ਵੀ ਕੋਈ ਪੁੱਛੇ ਨਾ ਕਿ ਮੈਂ ਕੌਣ ਆ ਤੇ ਮੈਂ ਕਹੂੰਗਾ ਮੈਂ ਪੰਜਾਬੀ ਆ, ਪੰਜਾਬੀ ਆ, ਬਸ ਪੰਜਾਬੀ ਆ। ਲੇਕਿਨ ਜੇ ਮੇਰੇ ਮੁਲਕ ਦੀ ਕਿਤੇ ਆਨ ਬਾਨ ਸ਼ਾਨ ਦੇ ਉੱਤੇ ਕੋਈ ਗੱਲਬਾਤ ਹੋਵੇ, ਕੋਈ ਖਤਰਾ ਮਹਿਸੂਸ ਹੋਵੇ ਤੇ ਮੈਂ ਭਾਰਤੀ ਆ, ਭਾਰਤੀ ਆ ਤੇ ਬਸ ਭਾਰਤੀ ਆ। ਹਮ ਵਤਨ, ਮੈਂ ਤੁਹਾਨੂੰ ਇਹ ਲੈਣਾ ਕਹਿਣ ਲੱਗਾ कि हम वतन है इन्हें बेसूद ना समझा जाए, हम वतन है इन्हें बेसूद ना समझा जाए, प्यार के फूलों को बारूद ना समझा जाए, जो है मुजरिम उसे सूली पे चढ़ा दो, हर हक मांगने वाले को दाऊद ना समझा जाए। हुण मैं गल कर लगा उन्हां दी जिन्हां ने किसान आगुआं तो बागी होके लाल किले दे उत्ते झंडा लहराया, नहीं मैं कहूंगा झंडा लाया, मैं ते कहूंगा गल्लां ते तुसीं करदे सीगे बाबा बघेल सिंह दियां। बाबा बघेल सिंह ने 1783 सन ਦੇ ਵਿੱਚ ਲਾਲ ਕਿਲੇ ਦੇ ਉੱਤੇ ਝੰਡਾ ਲਹਿਰਾਇਆ ਸੀ। ਉਸ ਤੋਂ 237 ਸਾਲ ਬਾਅਦ ਤੁਸੀਂ ਕਹਿੰਦੇ ਅਸੀਂ ਲਹਿਰਾਇਆ, 200-250 ਸਾਲ ਬਾਅਦ ਤੁਸੀਂ ਕਹਿੰਦੇ ਹੋ ਅਸੀਂ ਬਾਬਾ ਬਘੇਲ ਸਿੰਘ ਤੋਂ ਬਾਅਦ ਇੱਥੇ ਝੰਡਾ ਲਹਿਰਾਇਆ। ਬਾਬਾ ਬਘੇਲ ਸਿੰਘ ਲਾਲ ਕਿਲੇ ਦੇ ਉੱਤੇ ਝੰਡਾ ਲਾ ਕੇ ਭੱਜਤ ਨਹੀਂ ਸੀ ਗਿਆ। ਬਾਬਾ ਬਘੇਲ ਸਿੰਘ ਦਾ ਇਤਿਹਾਸ ਦੱਸਾਂ, ਉਸ ਨਾਲ ਆਪਣੀ ਤੁਲਨਾ ਕਰਦੇ ਹੋ ਨਾ, ਉਹਦੇ ਨਾਲ ਆਪਣੀ ਤੁਲਨਾ ਕਰਨ ਵਾਲਿਓ ਮੈਂ ਤੁਹਾਨੂੰ ਇਤਿਹਾਸ ਦੱਸਣ ਲੱਗਾ ਕਿ ਬਾਬਾ ਬਘੇਲ ਸਿੰਘ 18ਵੀਂ ਸਦੀ ਦਾ ਜਰਨੈਲ ਸੀਗਾ। ਉਸ ਟਾਈਮ ਦਿੱਲੀ ਦੇ ਉੱਪਰ ਔਰੰਗਜ਼ੇਬ ਤੋਂ ਬਾਅਦ ਆਜ਼ਮ ਸ਼ਾਹ ਦਾ ਜਿਹੜਾ ਉਹ ਕਬਜ਼ਾ ਸੀਗਾ, ਉਹ ਬੜਾ ਕਮਜ਼ੋਰ ਜਿਹਾ ਬਾਦਸ਼ਾਹ ਜਾਣਿਆ ਜਾਂਦਾ ਇਤਿਹਾਸ ਦੇ ਵਿੱਚ। ਉਸ ਸਮੇਂ ਮਰਾਠੇ ਤੇ ਅੰਗਰੇਜ਼ਾਂ ਨੇ ਮਿਲ ਕੇ ਦਿੱਲੀ ਦੇ ਉੱਤੇ ਕਬਜ਼ਾ ਕਰਨ ਦੀ ਸੋਚੀ ਤਾਂ ਸ਼ਾਹ ਆਜ਼ਮ ਜਿਹੜਾ ਆਜ਼ਮ ਸ਼ਾਹ ਸੀਗਾ ਉਹਨੇ ਬਾਬਾ ਬਘੇਲ ਸਿੰਘ ਕੋਲੋਂ ਮਦਦ ਮੰਗੀ ਉਹਨਾਂ ਨੂੰ ਹਰਾਉਣ ਲਈ, ਉਹਨਾਂ ਨੂੰ ਰੋਕਣ ਲਈ। ਤੇ ਬਾਬਾ ਬਘੇਲ ਸਿੰਘ ਨੇ 30,000 ਫੌਜ ਦਾ ਜਿਹੜਾ ਜਥਾ ਲੈ ਕੇ ਉਹ ਦਿੱਲੀ ਵੱਲ ਕੂਚ ਕੀਤਾ। ਤੇ ਜਦੋਂ ਅੰਗਰੇਜ਼ਾਂ ਤੇ ਮਰਾਠਿਆਂ ਨੂੰ ਬਾਬਾ ਜੀ ਦੇ ਆਉਣ ਦਾ ਪਤਾ ਲੱਗਾ ਤੇ ਉਹ ਮੈਦਾਨ ਛੱਡ ਕੇ ਭੱਜ ਗਏ। ਇਹੋ ਜਿਹਾ ਜਰਨੈਲ ਸੀਗਾ ਬਾਬਾ ਬਘੇਲ ਸਿੰਘ। ਜਦ ਬਾਬਾ ਬਘੇਲ ਸਿੰਘ ਅੱਧ ਰਸਤੇ ਦੇ ਵਿੱਚ ਪਹੁੰਚੇ ਤੇ ਆਜ਼ਮ ਸ਼ਾਹ ਜਿਹੜਾ ਸੀਗਾ ਸ਼ਾਹ ਆਜ਼ਮ, ਉਹਦਾ ਮਨ ਬੇਈਮਾਨ ਹੋ ਗਿਆ। ਉਹਨੇ ਬਾਬਾ ਬਘੇਲ ਸਿੰਘ ਨੂੰ ਸੁਨੇਹਾ ਲਾਇਆ ਕਿ ਤੁਸੀਂ ਵਾਪਸ ਚਲੇ ਜਾਓ, ਤੁਹਾਡੀ ਲੋੜ ਨਹੀਂ ਗੀ ਇੱਥੇ। ਤਾਂ ਬਾਬਾ ਬਘੇਲ ਸਿੰਘ ਨੇ ਕਿਹਾ ਕਿ ਜੰਗ ਦੇ ਮੈਦਾਨ ਦੇ ਵਿੱਚੋਂ ਸਿੱਖ ਜਿਹੜੇ ਉਹ ਵਾਪਸ ਨਹੀਂ ਮੁੜਦੇ, ਸਿੰਘ ਜਾਂ ਜਿੱਤਦੇ ਆ ਤੇ ਜਾਂ ਮਰਦੇ ਆ। ਸੋ ਲਾਲ ਕਿਲੇ ਦੇ ਉੱਤੇ ਝੰਡਾ ਜਿਹੜਾ ਉਹ ਖਾਲਸੇ ਦਾ ਲਹਿਰਾਇਆ ਜਾਊਗਾ, ਨਹੀਂ ਤੇ ਸ਼ਹੀਦੀ ਹੋਊਗੀ ਇੱਥੇ ਆ ਕੇ। ਇੱਥੋਂ ਪਤਾ ਲੱਗਦਾ, ਇਹ ਪਤਾ ਲੱਗਦਾ ਹੀ ਜਿਹੜਾ ਸ਼ਾਹ ਆਜ਼ਮ ਸੀਗਾ ਉਹਨੇ ਦਿੱਲੀ ਸਾਰੀ ਜਿੱਦਾਂ ਮੋਦੀ ਨੇ ਸੀਲ ਕੀਤੀ ਉਹਨੇ ਸੀਲ ਕਰ ਦਿੱਤੀ। ਤੇ ਬਾਬਾ ਬਘੇਲ ਸਿੰਘ ਦੀ ਫੌਜ ਨੇ ਰਾਹ ਜਾਂਦੇ ਰੁੱਖ ਵਿੱਚੋਂ ਵੱਢ ਕੇ ਉਹਨੂੰ ਘੜ ਕੇ ਇੱਕ ਪੈਨਸਲ ਦਾ ਜਿਹੜਾ ਰੂਪ ਦਿੱਤਾ ਸੀਗਾ, ਉਹਦੇ ਨਾਲ ਦਿੱਲੀ ਦੀਆਂ ਕੰਧਾਂ ਦੇ ਜਿਹੜੇ ਦਰਵਾਜ਼ਿਆਂ ਦੇ ਉੱਤੇ ਮਾਰ ਕੇ ਛੇਕ ਕੀਤੇ ਸੀ। ਉਹ ਕੀਤੇ ਮੋਰਿਆਂ ਨਾਲ ਦਿੱਲੀ 'ਚ ਅੱਜ ਵੀ ਇੱਕ ਜਗ੍ਹਾ ਹੈ ਜਿਹਨੂੰ ਮੋਰੀ ਗੇਟ ਦੇ ਨਾਂ ਨਾਲ ਜਾਣਿਆ ਜਾਂਦਾ। ਤੇ ਜਦੋਂ ਉਹਨਾਂ ਕੰਧਾਂ ਦੇ ਵਿੱਚ ਛੇਕ ਹੋ ਗਏ, ਇਹ ਫੌਜ ਜਿਹੜੀ ਕਿਲੇ ਦੇ ਅੰਦਰ ਦਿੱਲੀ 'ਚ ਵੜਨ ਲੱਗੀ ਤੇ ਜਿਹੜਾ ਸ਼ਾਹ ਆਜ਼ਮ ਸੀਗਾ ਉੱਥੋਂ ਭੱਜ ਗਿਆ। ਤੇ ਜਿਹੜਾ ਉੱਥੇ ਤਖਤ ਸੀਗਾ ਜਿਹਦੇ ਉੱਤੇ ਔਰੰਗਜ਼ੇਬ ਤੇ ਜਿਹੜਾ ਆਜ਼ਮ ਸ਼ਾਹ ਬਹਿੰਦਾ ਸੀਗਾ, ਉਸ ਸਿੱਲ ਨੂੰ ਉੱਥੋਂ ਪੁੱਟਿਆ ਬਾਬਾ ਬਘੇਲ ਸਿੰਘ ਨੇ ਤੇ ਦਿੱਲੀ ਤੋਂ ਘਸੀਟ ਕੇ ਇੱਥੇ ਅੰਮ੍ਰਿਤਸਰ ਲੈ ਕੇ ਆਏ ਹੋ, ਜਿਹੜੀ ਅੱਜ ਵੀ ਹਰਮੰਦਰ ਸਾਹਿਬ ਦੇ ਅੰਦਰ ਜਿਹੜਾ ਬੁੰਗਾ ਰਾਮਗੜੀਆ ਉਹਦੇ ਵਿੱਚ ਲਗਾਇਆ ਗਿਆ। ਤੇ ਜਿਹੜੀ ਦਿੱਲੀ ਦੀ 30 ਹਜ਼ਾਰੀ ਕੋਟ ਆ ਉਹ ਵੀ ਬਾਬਾ ਬਘੇਲ ਸਿੰਘ ਦੀ 30,000 ਦੀ ਜਿਹੜੀ ਫੌਜ ਜਿਹਨੇ ਦਿੱਲੀ ਚੜ੍ਹਾਈ ਕੀਤੀ ਸੀ ਉਹਦੇ ਕਰਕੇ ਉਹਨੂੰ 30 ਹਜ਼ਾਰੀ ਕੋਟ ਜਿਹੜਾ ਕਿਹਾ ਜਾਂਦਾ। ਉਸ ਤੋਂ ਬਾਅਦ ਬਾਬਾ ਬਘੇਲ ਸਿੰਘ ਹੋਰਾਂ ਨੇ ਦਿੱਲੀ ਨੂੰ ਆਪਣੇ ਅਧੀਨ ਕਰਕੇ ਪੰਜਾਬ ਵਾਸਤੇ ਸਾਰੇ ਦਿੱਲੀ ਦੇ ਟੈਕਸ ਦੇ ਵਿੱਚੋਂ 12.5% ਪੰਜਾਬ ਦੀ ਭਲਾਈ ਲਈ ਜਿਹੜਾ ਟੈਕਸ ਲੈਣਾ ਸ਼ੁਰੂ ਕੀਤਾ। ਇਹਦੇ ਨਾਲ ਇੱਕ ਚੀਜ਼ ਦੇ ਉੱਤੇ ਹੋਰ ਉਹਨਾਂ ਕੋ ਆਪਣੀ ਸ਼ਰਤ ਬਣਾਈ ਤੇ ਸਮਝੌਤਾ ਕੀਤਾ ਗਿਆ ਕਿ ਦਿੱਲੀ 'ਚ ਗੁਰਦੁਆਰੇ ਬਣਾ ਕੇ ਉਹਨਾਂ ਦੀ ਸੇਵਾ ਸੰਭਾਲ ਵੀ ਕੀਤੀ ਜਾਊਗੀ, ਜਿਨ੍ਹਾਂ ਦੇ ਵਿੱਚ ਗੁਰਦੁਆਰਾ ਮਾਤਾ ਸੁੰਦਰੀ ਜੀ, ਗੁਰਦੁਆਰਾ ਬੰਗਲਾ ਸਾਹਿਬ, ਗੁਰਦੁਆਰਾ ਰਕਾਬਗੰਜ, ਗੁਰਦੁਆਰਾ ਸੀਸਗੰਜ, ਗੁਰਦੁਆਰਾ ਮਜਨੂ ਕਾ ਟਿੱਲਾ ਜਿਹੜੇ ਉਹ ਬਾਬਾ ਬਘੇਲ ਸਿੰਘ ਨੇ ਬਣਾਏ। ਇਹ ਬਾਬਾ ਬਘੇਲ ਸਿੰਘ ਦਾ ਇਤਿਹਾਸ ਸੀਗਾ। ਉਹਦੇ ਨਾਲ ਤੁਲਨਾ ਕਰਦੇ ਹੋਏ ਆਪਣੀ ਤੁਸੀਂ ਦੱਸੋ ਕਿਹੜਾ ਝੰਡਾ ਚਲਾਇਆ ਜਿਹੜਾ ਅਗਲਿਆਂ ਨੇ 10 ਮਿੰਟਾਂ 'ਚ ਲਾ ਕੇ ਤੇ ਉਹਨੂੰ ਉੱਥੋਂ ਲਾ ਦਿੱਤਾ।
ਤੁਹਾਡੀ ਕਿਹੜੀ ਸਰਕਾਰ ਦੇ ਨਾਲ ਸ਼ਰਤ ਲੱਗੀ ਸੀ ਕਿ ਲਾਲ ਕਿਲੇ ਦੇ ਉੱਤੇ ਝੰਡਾ ਲਹਿਰਾ ਦੇਾਂਗੇ ਤੇ ਸਾਡੇ ਜਿਹੜੇ ਕਾਨੂੰਨ ਰੱਦ ਹੋ ਜਾਣਗੇ। ਤੁਹਾਡੀ ਇੰਨੀ ਗਲਤੀ ਨਾਲ ਸਰਕਾਰ ਦੇ ਹੱਥਾਂ 'ਚ ਖੇਡਣ ਦੇ ਨਾਲ ਅੰਦੋਲਨ ਕਿਤੇ ਨਾ ਕਿਤੇ ਕਮਜ਼ੋਰ ਹੋਇਆ ਤੇ ਸਰਕਾਰ ਦੇ ਇਰਾਦਿਆਂ ਨੂੰ ਤੁਸੀਂ ਕਾਮਯਾਬ ਕਰਨ ਦੀ ਕੋਸ਼ਿਸ਼ ਕੀਤੀ, ਇਰਾਦੇ ਕਾਮਯਾਬ ਨਹੀਂ ਹੋਏ ਕਿਉਂਕਿ ਸੱਚ ਨਾਲ ਰੱਬ ਵੀ ਖਲੋਂਦਾ। ਪੂਰੀ ਦੁਨੀਆ ਇਸ ਸ਼ਾਂਤਮਈ ਸੰਘਰਸ਼ ਨੂੰ ਦੇਖ ਰਹੀ ਸੀ। ਦੁਨੀਆ ਭਰ ਦੇ ਚੈਨਲ ਇੱਥੇ ਆਏ ਹੋਏ ਸੀਗੇ ਜੋ ਸਰਕਾਰ ਨੂੰ ਕਿਸੇ ਕੀਮਤ ਤੇ ਬਰਦਾਸ਼ਤ ਹੀ ਨਹੀਂ ਸੀ ਕਿਉਂਕਿ ਸਰਕਾਰ ਨੂੰ ਤੇ ਆਪਣੇ ਮੀਡੀਆ ਨੂੰ ਗੋਦ 'ਚ ਬਿਠਾਉਣ ਦੀ, ਜਿਹੜਾ ਭਾਰਤ ਦਾ ਮੀਡੀਆ ਵਾ ਉਹਨੂੰ ਗੋਦ 'ਚ ਬਿਠਾਉਣ ਦੀ ਆਦਤ ਪੈ ਚੁੱਕੀ ਆ। ਗੋਦੀ ਮੀਡੀਆ ਨਹੀਂ ਸੀ ਆਇਆ, ਬਾਕੀ ਸਾਰਾ ਮੀਡੀਆ ਆਇਆ ਸੀਗਾ। ਤੁਹਾਡੀ ਇਸ ਹਰਕਤ ਕਰਕੇ ਜਿਹੜਾ ਅੰਦੋਲਨ 72 ਘੰਟੇ ਚੱਲਣਾ ਸੀਗਾ, ਜਿੰਨੇ ਇੱਕ ਮਿਸਾਲ ਪੈਦਾ ਕਰਨੀ ਸੀ ਦੁਨੀਆ ਦੇ ਵਿੱਚ ਤੇ ਸਰਕਾਰ ਦੇ ਉੱਤੇ ਪ੍ਰੈਸ਼ਰ ਜਿਹੜਾ ਬਿਲਟ ਕਰਨਾ ਸੀਗਾ, ਉਹਨੂੰ ਵਿੱਚ ਹੀ ਖਤਮ ਕਰਨਾ ਪਿਆ। ਤੁਸੀਂ ਇਸ ਅੰਦੋਲਨ ਨੇ ਤੁਹਾਨੂੰ ਲੋਕਾਂ ਨੂੰ, ਜਿਹੜੇ ਲੋਕ ਤੁਸੀਂ ਬਾਗੀ ਹੋਏ, ਤੁਹਾਨੂੰ ਲੋਕਾਂ ਨੂੰ ਇਸ ਅੰਦੋਲਨ ਨੇ ਹੀ ਪਛਾਣ ਦਿੱਤੀ ਤੇ ਤੁਸੀਂ ਇਹਦੇ ਨਾਲ ਹੀ ਨਮਕਰਾਮੀ ਕੀਤੀ, ਇਹਦੀ ਪਿੱਠ 'ਚ ਛੁਰਾ ਮਾਰਿਆ। ਤੁਹਾਡੀ ਕੀਤੀ ਬਗਾਵਤ ਨੇ ਇਹ ਸਾਬਤ ਕਰ ਦਿੱਤਾ। ਇਹ ਲੈਣਾ ਮੈਂ ਤੁਹਾਡੇ ਲਈ ਬੋਲਣ ਲੱਗਾ, ਜਿਹੜੇ ਬਾਗੀ ਹੋ ਕੇ ਕਿਸਾਨਾਂ ਤੋਂ ਉਧਰ ਗਏ ਆ, कि अब वही शख्स बगावत पे उतर आया है, मुद्द तो जिसने इस अंदोलन का नमक खाया है। तुसी ये भी नहीं सोचा कि 15-15 सालों के टीनेज बच्चे ਜਿਹੜੇ ਤੁਹਾਨੂੰ ਫੋਲੋ ਕਰਦੇ ਆ, ਤੁਹਾਡੇ ਮਗਰ ਲੱਗੇ ਆ, ਤੁਸੀਂ ਉਹਨਾਂ ਦੀ ਜ਼ਿੰਦਗੀ ਤੇ ਉਹਨਾਂ ਦਾ ਭਵਿੱਖ ਵੀ ਖਤਰੇ 'ਚ ਪਾ ਕੇ ਰੱਖ ਦਿੱਤਾ। ਮੈਂ ਪਹਿਲਾਂ ਵੀ ਕਈ ਵਾਰੀ ਕਿਹਾ ਕਿ ਇਹ ਅੰਦੋਲਨ बैरिकेड तोड़ के नहीं, पुलिस नाल लड़ के कामयाब नहीं हो रहा, ये पुलिस नाल लड़ के कामयाब नहीं चल रहा। यह अंदोलन लोगों की हमदर्दी ते तुहाडी हलीमी जिहड़ी किसानां दी है उहदे करके कामयाब है। अंदोलन का मकसद दिल्ली जितनी नहीं, लोगों का दिल जितना सीगा, इहदे करके कामयाब चल रहा। लोगों का दिल जित्या, लड़ाई बिल्लां दी है ना कि अलग देश बनाउण दी। मैं पहला भी कहंदा रहा कि इस मुद्दे दे उत्ते केवल ते केवल किसान जथेबंदियां नूं फॉलो किया जाए। उन्हां दा कई सालां दा इहदे च तजर्बा ते संघर्ष है, उन्हां दा कई सालां दा दे विच उन्हां कोल जिहड़ी समझ है वो समझ इस मसले दे उत्ते साडे लोकां कोल नहीं हैगी। ते जबरदस्ती दे सलाहकार ना बनो। जिन्ना लाल किला फतेह करना, जिन्ना दिल्ली फतेह करनी है, वो किसान संघर्ष की आड़ ना लैण, अपना मंच तैयार करन ते दिल्ली वालियां नाल लड़ जाके। दूजे पासे मैं देश के प्रधानमंत्री ते गृह मंत्री नूं भी यह कहना चाहना कि 26 जनवरी वाले दिन घटनाक्रम के उत्ते तुसीं बड़ी मतलब जल्दी विखाई। घटनाक्रम भी आप ही कराया, सरकार की साजिश सीगी और परचा देण लग्गिया भी तुसीं 2 मिनट नहीं लाए ते उहदे विच जायज़ दे नाल जिहड़े लोग नजायज़ सीगे उन्हां दे उत्ते भी परचा दर्ज कर दिता गया। इन्नी जल्दी किते हर थां ते विखाया करो, चाहे वह गुजरात के दंगे होण, चाहे वह दिल्ली के दंगे होण, चाहे वह यूपी के दंगे होण। मैं तुहाडे बारे गल कहां मोदी साहब ते गृह मंत्री साहब के आतंक के खिलाफ ये अभियान चला दो, आतंक के खिलाफ ये अभियान चला दो। अरे अफजल और कसाब की हस्ती को मिटा दो। इंसाफ हो रहा है तो इंसाफ खुल के हो। गुजरात और दिल्ली के कातिल को भी सूली पे चढ़ा दो। एक पासे तुसी आपे ही साजिश रचदे हो, एक पासे आपे ही तुसी इन्हां लोकां दे उत्ते परचा दिंदे हो। फिर देश जिथे जिथे दंगे होए, जिथे जिथे भी हिंसक रूप किसी ने धारिया, उन्हां सारियां दे उत्ते बराबर दी कार्रवाई करो ना। अखीर दे विच मैं किसान आगूआं नूं उत्थे जिहड़ी डटी जिहड़ी सारी संगत आ उहनूं दिल तो सलाम करदा ते धन्नवाद करदा कि बहुत कुछ तुहाडे कोलों सिੱਖਣ ਨੂੰ मिल रहा। यह भी सिੱਖਿਆ मिली है कि ताकतवर तो ताकतवर बंदे नूं किवें हलीमी नाल ते जज्बे नाल दृढ़ता दे नाल हराया जा सकदा। मैं ते मेरे समेत सारे देश ते विश्व भर दीआं जिहड़ियां निगाहां वा वो तुहाडी जिੱਤ प्रति आसवंद होकर टिकियां वा। तुहाडे लई ये शब्द कह के 2 शब्द 2 लैना कह के मैं समाप्ति कर लगा। मैं दिलों सलूट करदा तुहानूं कि अपने चेहरे से जो जाहिर है, अपने चेहरे से जो जाहिर है उसको छुपाऊं कैसे, तेरी मर्जी के मुताबिक नजर आऊं कैसे। घर सजाने की तसव्वुर तो बाद की बात है, घर सजाने की तसव्वुर तो बाद की बात है। पहले ये तो तय हो कि मैं इस घर को बचाऊं कैसे। लाख तलवारें आ जाए मेरी गर्दन की तरफ, सर झुकाना नहीं सीखा तो सर झुकाऊं कैसे।